ਮਾਨਯੋਗ ਸੁਪਰੀਮ ਕੋਰਟ ਨੇ 498 ਏ ਆਈਪੀਸੀ ਵਗੈਰਾ ਦੇ ਤਹਿਤ ਪਤਨੀ ਵੱਲੋਂ ਜੋ ਕੰਪਲੇਂਟ ਫਾਈਲ ਕੀਤੀ ਗਈ ਸੀ, ਜੋ ਕੰਪਲੇਂਟ ਪਤਨੀ ਵੱਲੋਂ ਆਪਣੇ ਘਰਵਾਲਾ, ਸੱਸ ਸਹੁਰਾ, ਦਿਓਰ, ਨਨਾਣ ਵਗੈਰਾ ਦੇ ਖਿਲਾਫ ਕੀਤੀ ਗਈ ਸੀ, ਉਸ ਦੇ ਵਿੱਚ ਨਨਾਣ ਅਤੇ ਦਿਓਰ ਦੇ ਖਿਲਾਫ ਜੋ FIR ਸੀ, ਮਾਨਯੋਗ ਸੁਪਰੀਮ ਕੋਰਟ ਨੇ ਉਹ ਕੁਐਸ਼ ਕਰ ਦਿੱਤੀ ਸੀ। ਇਸ ਦੇ ਸੰਬੰਧ ਵਿੱਚ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ, ਜੋ ਮਾਨਯੋਗ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਹਦਾਇਤਾਂ ਦਿੱਤੀਆਂ ਹਨ ਅਤੇ ਜੋ ਲੈਜਿਸਲੇਚਰ ਨੂੰ ਹਦਾਇਤਾਂ ਦਿੱਤੀਆਂ ਹਨ ਅਤੇ ਪਰਿਵਾਰਕ ਝਗੜਿਆਂ ਦੇ ਜੋ ਵਧਣ ਦੇ ਕਾਰਨ ਹਨ, ਇਸ ਦੇ ਸੰਬੰਧ ਵਿੱਚ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰਾਂਗਾ। ਮੇਰਾ ਵੀਡੀਓ ਬਣਾਉਣ ਦਾ ਸਿਰਫ ਇਹੀ ਮੁੱਦਾ ਹੈ ਕਿ ਮੈਂ ਹਰ ਇਨਸਾਨ ਨੂੰ ਇਹ ਜਾਣਕਾਰੀ ਦੇ ਸਕਾਂ ਤਾਂ ਜੋ ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਔਰ ਸ਼ਾਂਤੀ, ਪਰਿਵਾਰ ਦੇ ਵਿੱਚ ਸੁੱਖ ਬਣਿਆ ਰਹੇ। ਜਦੋਂ ਇਨਸਾਨ ਸ਼ਾਦੀ ਕਰਦੇ ਹਨ ਤਾਂ ਉਹ ਇਹ ਸੋਚ ਕੇ ਕਰਦੇ ਹਨ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਸੁੱਖ ਔਰ ਸ਼ਾਂਤੀ ਨਾਲ ਵਸਣਗੇ, ਲੇਕਿਨ ਕੁਝ ਕਾਰਨਾਂ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਹੈ ਸੁੱਖ ਸ਼ਾਂਤੀ ਖਤਮ ਹੋ ਜਾਂਦੀ ਹੈ ਅਤੇ ਆਪਸ ਦੇ ਵਿੱਚ ਜਿਹੜੇ ਹੈ ਲੜਾਈ ਝਗੜੇ, ਮੁਕੱਦਮੇਬਾਜ਼ੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਪਤੀ ਪਤਨੀ ਦੇ ਸੰਬੰਧ ਵਿੱਚ ਜੋ ਲੜਾਈ ਦਾ ਮੇਨ ਕਾਰਨ ਹੈ ਉਹ ਹੈ ਕਾਨੂੰਨ, ਅਤੇ ਕਾਨੂੰਨ ਤੋਂ ਹੀ ਪਤੀ ਜਾਂ ਪਤਨੀ ਨੂੰ ਰਾਹਤ ਮਿਲਦੀ ਹੈ। ਕਾਨੂੰਨ ਇਸ ਕਰਕੇ ਕਾਰਨ ਹੈ ਕਿ ਕਾਨੂੰਨ ਦੇ ਵਿੱਚ ਜਿਹੜਾ ਹੈ ਔਰਤਾਂ ਪ੍ਰਤੀ ਜਿਹੜਾ ਹੈ ਜ਼ਿਆਦਾ ਝੁਕਾਵ ਹੈ, ਲੇਕਿਨ ਜਿਹੜਾ ਹੈ ਪਤੀ ਨੂੰ ਬਹੁਤਾ ਉਹਦੇ ਵਿੱਚ ਜਿਹੜੀ ਹੈ ਰਿਲੀਫ ਨਹੀਂ ਮਿਲਦਾ। ਇਸ ਜਿਹੜਾ ਕਾਨੂੰਨ ਦਾ ਔਰਤ ਪ੍ਰਤੀ ਜਿਹੜਾ ਝੁਕਾਅ ਹੈ, ਇਸੇ ਹੀ ਕਾਨੂੰਨ ਦਾ ਜਿਹੜਾ ਪਤਨੀ ਹੈ ਉਹ ਨਜਾਇਜ਼ ਫਾਇਦਾ ਉਠਾ ਕੇ ਉਸ ਕਾਨੂੰਨ ਨੂੰ ਹਥਿਆਰ ਦੇ ਵਜੋਂ ਜਿਹੜਾ ਹੈ ਵਰਤਿਆ ਜਾਂਦਾ ਹੈ ਪਤੀ ਦੇ ਖਿਲਾਫ ਤੇ ਉਸ ਦੇ ਪਰਿਵਾਰ ਦੇ ਖਿਲਾਫ। ਜਦੋਂ ਵੀ ਕਾਨੂੰਨ ਬਣਾਇਆ ਜਾਂਦਾ ਹੈ ਉਹ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਜਾਂਦਾ ਹੈ ਕਿ ਸਮਾਜ ਦੇ ਵਿੱਚ ਜਿਹੜਾ ਹੈ ਸੁੱਖ ਸ਼ਾਂਤੀ ਰਵੇ ਤੇ ਲੋਕ ਆਪਸ ਦੇ ਵਿੱਚ ਰਲ ਮਿਲ ਕੇ ਰਹਿਣ। ਪਰੰਤੂ ਜਦੋਂ ਉਹੀ ਕਾਨੂੰਨ ਜਿਹੜਾ ਹੈ ਦੁੱਖ ਦਾ ਕਾਰਨ ਬਣ ਜਾਵੇ ਤਾਂ ਉਸ ਕਾਨੂੰਨ ਨੂੰ ਤਬਦੀਲ ਕਰ ਦੇਣਾ ਚਾਹੀਦਾ ਹੈ। ਇਸੀ ਸੰਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਲੈਜਿਸਲੇਚਰ ਨੂੰ ਇਹ ਹਦਾਇਤ ਦਿੱਤੀ ਹੈ ਕਿ ਹੁਣ 498 ਏ ਆਈਪੀਸੀ ਦੀ ਜਿਹੜੀ ਤਰਮੀਮ ਕਰਨ ਦੀ ਲੋੜ ਹੈ ਅਤੇ ਕਾਨੂੰਨ ਜਿਹੜੀ ਹੈ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਨੂੰਨ ਨੂੰ ਜਿਹੜਾ ਹੈ ਤਰਮੀਮ ਕਰਨਾ ਚਾਹੀਦਾ ਹੈ। ਜੋ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਮੈਂ ਅੱਜ ਜ਼ਿਕਰ ਕਰਾਂਗਾ। ਉਸ ਦੇ ਫੈਕਟਸ ਕੀ ਸੀ, ਉਹਦੇ 'ਚ ਕੀ ਹਦਾਇਤਾਂ ਦਿੱਤੀਆਂ ਹਨ। ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ, ਉਸ ਦੀ ਸਾਈਟੇਸ਼ਨ ਵਗੈਰਾ, ਉਸ ਦੀ ਡਿਸਕ੍ਰਿਪਸ਼ਨ, ਜੋ ਵੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਹੈ, ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿਖ ਕੇ ਦੇ ਦਿਆਂਗਾ। ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਉਸ ਨੂੰ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ, ਮੈਂ ਤਾਂ ਜੋ ਤੁਹਾਨੂੰ ਸਹੀ ਗਾਈਡ ਕਰ ਸਕਾਂ। ਜਿਸ ਤਰ੍ਹਾਂ ਮੈंने ਉੱਪਰ ਦੱਸਿਆ ਹੈ, ਪਰਿਵਾਰਕ ਝਗੜਿਆਂ ਦਾ ਜਿਹੜਾ ਮੇਨ ਕਾਰਨ ਉਹ ਹੈ ਕਾਨੂੰਨ। ਕਿਉਂ ਕਾਨੂੰਨ ਦੇ ਵਿੱਚ ਜਿਹੜੀ ਹੈ ਔਰਤਾਂ ਵੱਲ ਜ਼ਿਆਦਾ ਝੁਕਾਅ ਹੈ, ਇਸ ਕਰਕੇ ਔਰਤਾਂ ਕਾਨੂੰਨ ਦਾ ਗਲਤ ਫਾਇਦਾ ਉਠਾਉਂਦੀਆਂ ਹਨ। ਲੇਕਿਨ ਅਗਰ ਪਤੀ ਨੂੰ ਕੋਈ ਰਿਲੀਫ ਮਿਲ ਸਕਦਾ ਹੈ ਉਹ ਵੀ ਕਾਨੂੰਨ ਦੇ ਤਹਿਤ ਹੀ ਮਿਲ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਦੂਸਰਾ ਮੇਨ ਕਾਰਨ ਪਰਿਵਾਰਕ ਝਗੜਿਆਂ ਦੇ ਵਿੱਚ ਹੈ ਉਹ ਹੈ ਪਤਨੀ ਜਾਂ ਪਤੀ ਦੇ ਰਿਸ਼ਤੇਦਾਰਾਂ ਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ। ਜੇ ਤੁਸੀਂ ਆਪਣੇ ਪਰਿਵਾਰ ਦੇ ਜੀਵਨ ਨੂੰ ਬਚਾਉਣਾ ਚਾਹੁੰਦੇ ਹੋ, ਜੋ ਚੱਲਦਾ ਹੈ ਪਿਆਰ ਦੇ ਸਹਾਰੇ, ਇਹ ਗੱਡੀ ਜਿਹੜੀ ਹੈ ਪਿਆਰ ਦੇ ਸਹਾਰੇ ਚੱਲਦੀ ਹੈ, ਤਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਵੱਲ ਜਿਹੜਾ ਹੈ ਧਿਆਨ ਦੇਣਾ ਬੰਦ ਕਰ ਦਿਓ। ਜਿਹੜਾ ਮੋਬਾਈਲ ਫੋਨ ਹੈ ਇਸ ਨੇ ਵੀ ਜਿਹੜਾ ਹੈ ਪਰਿਵਾਰ ਦੇ ਜੀਵਨਾਂ ਦੇ ਵਿੱਚ ਸੱਤਿਆਨਾਸ਼ ਕੀਤਾ ਹੋਇਆ ਹੈ। ਕਿਉਂ ਕੋਈ ਪਲ ਪਲ ਦੀ ਖਬਰ ਹੈ ਜਿਹੜੀ ਪਤਨੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੇ ਦਿੰਦੀ ਹੈ। ਮੇਨ ਜੋ ਇਸ ਪਰਿਵਾਰ ਨੂੰ ਅਗਰ ਵਧੀਆ ਗਾਈਡੈਂਸ ਮਿਲ ਸਕਦੀ ਹੈ ਚਲਾਉਣ ਵਾਸਤੇ ਪਤਨੀ ਨੂੰ, ਤਾਂ ਉਹ ਆਪਣੀ ਮਾਂ ਤੋਂ ਮਿਲ ਜਾਂਦੀ ਹੈ। ਅਗਰ ਮਾਂ ਉਹਨਾਂ ਦੇ ਪਰਿਵਾਰਕ ਜੀਵਨ ਦੇ ਵਿੱਚ ਇੰਟਰਫੇਰੈਂਸ ਬੰਦ ਕਰ ਦੇਵੇ ਔਰ ਪਤਨੀ ਨੂੰ ਇਹ ਸਮਝਾਵੇ ਕਿ ਬਈ ਤੈਨੇ ਉੱਥੇ ਹੀ ਰਹਿਣਾ ਹੈ, ਤੈਨੇ ਆਪਣਾ ਜੀਵਨ ਆਪ ਚਲਾਉਣਾ ਹੈ ਅਤੇ ਇਹ ਤੂੰ ਦੇਖ ਉੱਥੇ ਤੁਸੀਂ ਕਿਸ ਤਰ੍ਹਾਂ ਰਹਿਣਾ ਹੈ, ਪਿਆਰ ਦੇ ਨਾਲ ਰਹਿਣ ਵਾਸਤੇ ਅਗਰ ਸਿੱਖਿਆ ਦਿੱਤੀ ਜਾਵੇ ਤਾਂ ਉਹ ਪਰਿਵਾਰ ਜਿਹੜਾ ਹੈ ਬਹੁਤ ਵਧੀਆ ਚੱਲੇਗਾ। ਇਸੇ ਤਰ੍ਹਾਂ ਹੀ ਜੋ ਟੈਲੀਵਿਜ਼ਨ 'ਤੇ ਜੋ ਵੀ ਨਾਟਕ ਆਉਂਦੇ ਹਨ ਉਹ ਵੀ ਜਿਹੜਾ ਪਰਿਵਾਰਾਂ ਦੇ ਵਿੱਚ ਜਿਹੜੀ ਹੈ ਝਗੜੇ ਪੈਦਾ ਕਰਦਾ ਹੈ। ਉਹਨਾਂ ਨਾਟਕਾਂ ਦੇ ਵਿੱਚ ਸਿਖਾਇਆ ਜਾਂਦਾ ਹੈ ਨਨਾਣ ਭਰਜਾਈ ਨਾਲ ਕੀ ਚਾਲਾਂ ਖੇਡਦੀ ਹੈ, ਭਰਜਾਈ ਨਨਾਣ ਨਾਲ ਕੀ ਚਾਲਾਂ ਖੇਡਦੀ ਹੈ, ਸੱਸ ਨੂੰਹ ਨਾਲ ਕੀ ਚਾਲਾਂ ਖੇਡਦੀ ਹੈ, ਨੂੰਹ ਸੱਸ ਨਾਲ ਕੀ ਚਾਲਾਂ ਖੇਡਦੀ ਹੈ। ਇਹਨਾਂ ਨਾਟਕਾਂ ਨੂੰ ਜਿੰਨਾ ਤੁਸੀਂ ਘੱਟ ਦੇਖੋਗੇ ਬਹੁਤ ਵਧੀਆ ਰਹੋਗੇ। ਤੁਹਾਡਾ ਜੀਵਨ ਸੁਖੀ ਜੀਵਨ ਸਿਰਫ ਪਿਆਰ ਨਾਲ ਚੱਲ ਸਕਦਾ ਹੈ। ਕੋਈ ਵੀ ਕਾਨੂੰਨ
ਤੁਹਾਨੂੰ ਪਿਆਰ ਨਹੀਂ ਸਿਖਾਏਗਾ। ਕਾਨੂੰਨ ਦੇ ਵਿੱਚ ਤਾਂ ਸਿਰਫ ਜਿਹੜੇ ਹੈ ਝਗੜੇ ਹੀ ਸਿਖਾਏ ਜਾਂਦੇ ਹਨ। ਉਹ ਝਗੜਿਆਂ ਦਾ ਜਿਹੜਾ ਹੈ ਫਾਇਦਾ ਜਿਹੜੀ ਹੈ ਔਰਤ ਉਠਾ ਕੇ ਕਾਨੂੰਨ ਦਾ ਇਸ ਦਾ ਲਾਭ ਉਠਾਉਂਦੀ ਹੈ। ਹੁਣ ਜੋ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਹੈ, ਉਸ ਦੇ ਹਾਲਾਤ ਇਹ ਸਨ। ਜਿਹੜੀ ਲੜਕੀ ਦੀ ਸ਼ਾਦੀ ਹੋਈ ਸੀ 10/12/2006 ਨੂੰ ਕਾਨਪੁਰ ਵਿਖੇ ਹੋਈ ਸੀ ਅਤੇ ਕੁਝ ਹੀ ਦਿਨਾਂ ਬਾਅਦ ਜਿਹੜੀ ਲੜਕੀ ਹੈ ਬੰਬੇ ਵਿੱਚ ਆਪਣੇ ਪਤੀ ਨਾਲ ਰਹਿਣ ਚਲੀ ਗਈ ਅਤੇ ਮਿਤੀ 23/12/2006 ਨੂੰ ਉਸ ਲੜਕੀ ਨੇ ਆਪਣੇ ਪਤੀ ਦੀ ਜੋ ਕੰਪਨੀ ਸੀ ਉਸ ਦੇ ਵਿੱਚ ਜੁਆਇਨ ਕਰ ਲਿੱਤਾ। ਦੋਨੋਂ ਹੀ ਬਹੁਤ ਪੜ੍ਹੇ ਲਿਖੇ ਇਨਸਾਨ ਸਨ ਅਤੇ ਇੱਕ ਵਧੀਆ ਕੰਪਨੀ ਦੇ ਵਿੱਚ ਜਿਹੜਾ ਹੈ ਉਹ ਕੰਮ ਕਰਦੇ ਸਨ। ਮਿਤੀ 16/3/2007 ਨੂੰ ਜਿਹੜੀ ਪਤਨੀ ਹੈ ਉਹ ਰਾਂਚੀ ਵਿਖੇ ਕੁਝ ਤਿਉਹਾਰ ਮਨਾਉਣ ਆਈ ਸੀ ਅਤੇ ਇੱਕ ਹਫ਼ਤੇ ਬਾਅਦ ਮਿਤੀ 24/3/2007 ਨੂੰ ਉਹ ਫਿਰ ਆਪਣੇ ਪਤੀ ਨਾਲ ਮੁੰਬਈ ਚਲੀ ਗਈ। ਜਦੋਂ ਆਪਸ ਵਿੱਚ ਉਹਨਾਂ ਦੀ ਨਹੀਂ ਬਣੀ ਤਾਂ ਜਿਹੜੀ ਹੈ 8/7/2007 ਨੂੰ ਪਤਨੀ ਨੇ 498A 406 341 323 ਤੇ 120B ਦੇ ਤਹਿਤ ਇੱਕ ਕੰਪਲੇਂਟ ਦਾਇਰ ਕਰ ਦਿੱਤੀ। ਨਾਲ ਹੀ ਉਹਦੇ ਵਿੱਚ ਸੈਕਸ਼ਨ 3 ਐਂਡ 4 ਡੋਰੀ ਪ੍ਰੋਹਿਬਿਸ਼ਨ ਐਕਟ ਦੇ ਤਹਿਤ ਵੀ ਮਾਮਲਾ ਜਿਹੜਾ ਹੈ ਕੰਪਲੇਂਟ ਜਿਹੜੀ ਫਾਈਲ ਕਰ ਦਿੱਤੀ ਸੀ। ਇਹ ਜੋ ਕੰਪਲੇਂਟ ਫਾਈਲ ਕਰ ਦਿੱਤੀ ਸੀ ਪਤਨੀ ਨੇ ਆਪਣੇ ਘਰ ਵਾਲੇ ਦੇ ਖਿਲਾਫ, ਸੱਸ ਸਹੁਰੇ ਦੇ ਖਿਲਾਫ, ਦਿਓਰ ਦੇ ਖਿਲਾਫ ਤੇ ਨਨਾਣ ਦੇ ਖਿਲਾਫ ਦਾਇਰ ਕੀਤੀ ਸੀ, ਜਿਸ ਕੰਪਲੇਂਟ ਦੇ ਵਿੱਚ ਉਸ ਵੱਲੋਂ 4 ਗਵਾਹ ਪੇਸ਼ ਕੀਤੇ ਗਏ ਔਰ ਗਵਾਹ ਦੇ ਬਿਆਨ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਸਮਨਿੰਗ ਦਾ ਆਰਡਰ ਕਰ ਦਿੱਤਾ। ਉਸ ਕੰਪਲੇਂਟ ਦੇ ਵਿੱਚ ਪਤਨੀ ਨੇ ਇਹ ਐਲੀਗੇਸ਼ਨ ਲਗਾਏ ਸੀ ਕਿ ਸਹੁਰੇ ਪਰਿਵਾਰ ਨੇ ਉਸ ਦੇ ਉੱਤੋਂ ਉਸ ਵੱਲੋਂ ਲਗਜ਼ਰੀ ਕਾਰ ਦੀ ਮੰਗ ਕੀਤੀ ਗਈ ਅਤੇ ਬੰਬਈ ਵਿਖੇ ਉਸ 'ਤੇ ਜਿਹੜੀ ਹੈ ਮਾਰ ਕੁਟਾਈ ਹੋਈ, ਫਿਜ਼ੀਕਲ ਅਸਾਲਟ ਹੋਇਆ, ਜਿਸ ਕਰਕੇ ਪਤਨੀ ਨੇ ਇਹ ਜਿਹੜੀ ਕੰਪਲੇਂਟ ਫਾਈਲ ਕੀਤੀ ਸੀ। ਇਸ ਦੇ ਖਿਲਾਫ ਪਤਨੀ ਦੀ ਨਨਾਣ ਅਤੇ ਦਿਓਰ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਰਿਟ ਪਟੀਸ਼ਨ ਫਾਈਲ ਕੀਤੀ 482 CRPC, ਜਿਸ ਦੇ ਰਾਹੀਂ ਉਹਨਾਂ ਨੇ ਪ੍ਰੇਅਰ ਕੀਤੀ ਕਿ ਉਹਨਾਂ ਦੇ ਖਿਲਾਫ ਕੋਈ ਸਪੈਸੀਫਿਕ ਐਲੀਗੇਸ਼ਨਸ ਨਹੀਂ ਹਨ ਤੇ ਜਿਹੜੀ ਇਹ ਕੰਪਲੇਂਟ ਸਾਡੇ ਖਿਲਾਫ ਝੂਠੀ ਕੀਤੀ ਗਈ ਹੈ, ਸਾਡਾ ਉੱਥੇ ਕੋਈ ਆਣਾ ਜਾਣਾ ਨਹੀਂ ਹੈ ਅਤੇ ਨਾ ਹੀ ਅਸੀਂ ਪਤੀ ਪਤਨੀ ਦੇ ਜ਼ਿੰਦਗੀ ਦੇ ਵਿੱਚ ਕੋਈ ਦਖਲ ਅੰਦਾਜ਼ੀ ਕੀਤੀ ਹੈ। ਪਰੰਤੂ ਹਾਈ ਕੋਰਟ ਨੇ ਇਸ ਨੂੰ ਨਾ ਮੰਨਦੇ ਹੋਏ ਜਿਹੜੀ ਨਨਾਣ ਅਤੇ ਦਿਓਰ ਦੀ ਜੋ ਰਿਟ ਪਟੀਸ਼ਨ ਫਾਈਲ ਕੀਤੀ ਸੀ 482 CRPC ਦੇ ਤਹਿਤ ਉਹ ਖਾਰਜ ਕਰ ਦਿੱਤੀ। ਮਾਨਯੋਗ ਹਾਈ ਕੋਰਟ ਦੇ ਖਿਲਾਫ ਜਿਹੜਾ ਹੈ ਨਨਾਣ ਨੇ ਅਤੇ ਦਿਓਰ ਨੇ ਜਿਹੜੀ ਹੈ ਅਪੀਲ ਕੀਤੀ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਬਹੁਤ ਵਧੀਆ ਆਬਜ਼ਰਵੇਸ਼ਨਸ ਕੀਤੀਆਂ। ਉਹਦੇ ਵਿੱਚ ਇਹ ਆਬਜ਼ਰਵ ਕੀਤਾ ਕਿ ਇਹਨਾਂ ਦੇ ਦੋਨਾਂ ਦੇ ਖਿਲਾਫ ਕੋਈ ਸਪੈਸੀਫਿਕ ਐਲੀਗੇਸ਼ਨ ਨਹੀਂ ਹਨ ਅਤੇ ਨਾ ਹੀ ਕੰਪਲੇਂਟ ਦੇ ਵਿੱਚ ਅਤੇ ਗਵਾਹਾਂ ਵੱਲੋਂ ਇਹਨਾਂ ਦਾ ਕੋਈ ਰੋਲ ਜਿਹੜਾ ਹੈ ਦੱਸਿਆ ਗਿਆ ਹੈ, ਜਿਹਦੇ ਵਿੱਚ ਇਹ ਕਲੀਅਰ ਕੀਤਾ ਗਿਆ ਕਿ ਇਹਨਾਂ ਦੋਨਾਂ ਦਾ ਕੋਈ ਰੋਲ ਨਹੀਂ ਹੈ। ਇੱਥੇ ਇਹ ਦੱਸਣਯੋਗ ਗੱਲ ਹੈ ਕਿ ਨਨਾਣ ਜਿਹੜੀ ਸੀ ਉਹ ਸ਼ਾਦੀशुदा ਸੀ ਅਤੇ ਸੂਰਤ ਵਿੱਚ ਪਿਛਲੇ 7 ਸਾਲਾਂ ਤੋਂ ਜਿਹੜੀ ਹੈ ਉਹ ਆਪਣੇ ਪਤੀ ਨਾਲ ਸੂਰਤ ਵਿੱਚ ਰਹਿ ਰਹੀ ਸੀ ਅਤੇ ਕਦੀ ਵੀ ਉਸਨੇ ਉਹਦੇ ਪਤੀ ਜਾਂ ਪਤਨੀ ਦੇ ਜ਼ਿੰਦਗੀ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਇਸੇ ਤਰ੍ਹਾਂ ਹੀ ਜਿਹੜਾ ਦਿਓਰ ਹੈ ਉਹ ਗੋਰੇਗਾਂਵ ਦਾ ਪੱਕਾ ਵਸਨੀਕ ਸੀ, ਉਸਨੇ ਵੀ ਇਹਨਾਂ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਦਖਲ ਅੰਦਾਜ਼ੀ ਨਹੀਂ ਕੀਤੀ। ਅਤੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਆਬਜ਼ਰਵ ਕੀਤਾ ਕਿ ਅਗਰ ਇਹਨਾਂ ਦੋਨਾਂ ਦੇ ਖਿਲਾਫ ਅਗਰ ਇਹ ਕੰਪਲੇਂਟ ਚਲਾਈ ਗਈ, ਇਹ ਮੁਕੱਦਮਾ ਚਲਾਇਆ ਗਿਆ ਤਾਂ ਇਹ ਜਿਹੜੀ ਕਾਨੂੰਨ ਦੀ ਹੈ ਦੁਰਵਰਤੋਂ ਹੋਏਗੀ। ਇਹਨਾਂ ਗੱਲਾਂ ਨੂੰ ਕਹਿੰਦੇ ਹੋਏ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਸੀ ਕੰਪਲੇਂਟ ਸੀ ਜਿਹੜੀ ਉਹ ਉਸ ਦੇ ਖਿਲਾਫ ਦਿਓਰ ਅਤੇ ਨਨਾਣ ਦੇ ਖਿਲਾਫ ਜਿਹੜੀ ਹੈ ਖਤਮ ਕਰ ਦਿੱਤੀ, ਕੁਐਸ਼ ਕਰ ਦਿੱਤੀ ਗਈ। ਨਾਲ ਹੀ ਮਾਨਯੋਗ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਹਦਾਇਤ ਕੀਤੀ ਕਿ ਇਹੋ ਜਿਹੇ ਮਸਲਿਆਂ ਦੇ ਵਿੱਚ ਜਿਹੜੀ ਹੈ ਸਹੀ ਗਾਈਡੈਂਸ ਦੇ ਕੇ ਪੜ੍ਹੇ ਲਿਖੇ ਇਨਸਾਨਾਂ ਨੂੰ ਉਹਨਾਂ ਨੂੰ ਕਿਸੇ ਐਮੀਕੇਬਲ ਸੈਟਲਮੈਂਟ ਵਾਸਤੇ ਕਹਿਣਾ ਚਾਹੀਦਾ ਹੈ, ਗਾਈਡ ਕਰਨਾ ਚਾਹੀਦਾ ਹੈ, ਨਾ ਕਿ ਜੋ ਵੀ ਕੋਈ ਥੋੜ੍ਹਾ ਬਹੁਤਾ ਮਸਲਾ ਹੁੰਦਾ ਹੈ ਉਸ ਨੂੰ ਵਧਾ ਚੜ੍ਹਾ ਕੇ ਕੋਰਟ ਦੇ ਵਿੱਚ ਪੇਸ਼ ਕਰਕੇ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਹੈ ਮਨ ਦੇ ਵਿੱਚ ਮੁਟਾਵ ਪੈਦਾ ਕੀਤਾ ਜਾ। ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਆਬਜ਼ਰਵ ਕੀਤਾ ਕਿ ਜ਼ਿਆਦਾਤਰ ਜੋ ਕੰਪਲੇਂਟਸ ਕੀਤੀਆਂ ਜਾਂਦੀਆਂ ਨੇ ਉਹ ਗਲਤ ਐਡਵਾਈਸ 'ਤੇ ਕੀਤੀਆਂ ਜਾਂਦੀਆਂ ਨੇ ਅਤੇ ਛੋਟਾ ਜਿਹਾ ਮਸਲਾ ਹੁੰਦਾ ਹੈ ਉਸ ਮਸਲੇ ਨੂੰ ਜਿਹੜਾ ਹੈ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ। ਅਤੇ ਨਾਲ ਹੀ ਇਹ ਵੀ ਆਬਜ਼ਰਵ ਕੀਤਾ, ਨਾਲ ਇਹ ਵੀ ਇੰਸਟਰਕਸ਼ਨਸ ਦਿੱਤੀਆਂ
ਸਰਕਾਰ ਨੂੰ ਲੈਜਿਸਲੇਚਰ ਨੂੰ ਇਹ ਇੰਸਟਰਕਸ਼ਨ ਦਿੱਤੀਆਂ ਕਿ ਹੁਣ ਵਕਤ ਆ ਗਿਆ ਹੈ ਕਿ 498 ਏ ਦੇ ਵਿੱਚ ਜਿਹੜੀ ਤਰਮੀਮ ਕੀਤੀ ਜਾਵੇ ਤਾਂ ਜੋ ਸਮਾਜ ਦੇ ਵਿੱਚ ਜਿਹੜੀ ਹੈ ਇਹ ਜਿਹੜੀਆਂ ਝੂਠੀਆਂ ਕੰਪਲੇਂਟਸ ਫਾਈਲ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਕਰਟੇਲ ਕੀਤਾ ਜਾਵੇ। ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਉਹਦੇ ਵਿੱਚ ਆਬਜ਼ਰਵ ਕੀਤਾ ਕਿ ਜਦੋਂ ਵੀ ਕੰਪਲੇਨੈਂਟ ਇਹ ਕੰਪਲੇਂਟ ਫਾਈਲ ਕਰਦੀ ਹੈ ਤਾਂ ਉਸ ਦੇ ਉਹ ਕੌਨਸੀਕੁਐਂਸਿਸ ਬਾਰੇ ਨਹੀਂ ਸੋਚਦੀ। ਜਦੋਂ ਕੋਰਟ ਦੇ ਵਿੱਚ ਖੱਜਲ ਖੁਆਰੀ ਹੋ ਜਾਂਦੀ ਹੈ, ਜਦੋਂ ਮੁਕੱਦਮਾ ਬਹੁਤ ਚੱਲਦਾ ਹੈ ਤਾਂ ਦੋਨਾਂ ਦੇ ਇੰਨੇ ਆਪਸ ਦੇ ਵਿੱਚ ਮਨਮੁਟਾਵ ਪੈਦਾ ਹੋ ਜਾਂਦਾ ਹੈ, ਇੰਨੀ ਉਹਨਾਂ ਦੇ ਘਾਵ ਲੱਗ ਜਾਂਦੇ ਹਨ ਕਿ ਫਿਰ ਉਸ ਤੋਂ ਬਾਅਦ ਜਿਹੜੀ ਹੈ ਸੈਟਲਮੈਂਟ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਦੋਨਾਂ ਧਿਰਾਂ ਨੂੰ ਜਿਹੜਾ ਹੈ ਉਹਦੇ ਜਿਹੜੇ ਘਾਵ ਝੱਲਣੇ ਪੈਂਦੇ ਜਾਂ ਦੋਨਾਂ ਧਿਰਾਂ ਨੂੰ ਜਿਹੜੀ ਮੁਕੱਦਮੇਬਾਜ਼ੀ ਦੀ ਜਿਹੜੀ ਹੈ ਦੁੱਖ ਜਿਹੜਾ ਹੈ ਉਹ ਝੱਲਣਾ ਪੈਂਦਾ ਹੈ। ਜੋ ਮੈंने ਅੱਜ ਦੀ ਵੀਡੀਓ ਬਣਾਈ ਹੋਈ ਹੈ, ਮੈਂ ਇਹੀ ਚਾਹੁੰਦਾ ਹਾਂ ਵੀ ਜਿਹੜੀ ਹੈ ਮੁਕੱਦਮੇਬਾਜ਼ੀ ਨੂੰ ਜਿਹੜਾ ਹੈ ਧਿਆਨ ਨਾਲ ਦੇਖੋ। ਮੁਕੱਦਮੇਬਾਜ਼ੀ ਉਦੋਂ ਤੱਕ ਨਾ ਸ਼ੁਰੂ ਕਰੋ ਜਦ ਤੱਕ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਨਾ ਹੋਵੇ, ਕਿਉਂ ਮੁਕੱਦਮੇਬਾਜ਼ੀ ਨਾਲ ਜਿਹੜਾ ਹੈ ਪਰਿਵਾਰ ਜਿਹੜਾ ਹੈ ਉਹ ਖੇਰੂ ਹੋ ਜਾਂਦਾ ਹੈ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਨਹੀਂ ਰਹਿੰਦਾ। ਹੁਣ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਜੋ ਇੰਸਟਰਕਸ਼ਨਸ ਹਨ, ਜੋ ਕਿਹਾ ਗਿਆ ਹੈ, ਉਸ ਦੇ ਬਾਰੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ। ਇਟ ਇਜ਼ ਏ ਹਾਈ ਟਾਈਮ that the legislature must take into consideration the pragmatic realities and make suitable changes in the existing law।